ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਬਾਣੀ ਗੁਰੂ ਆਪਾਂ ਨੂੰ ਇਹ ਗਿਆਨ ਦਿੰਦੇ ਆ, ਕਹਿੰਦੇ ਆ ਕਿ ਇਸ ਸੰਸਾਰ ਦੇ ਉੱਤੇ ਆਉਣਾ ਜਿਹੜਾ ਹੈ ਤੁਹਾਡਾ, ਇਸ ਕਰਕੇ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ ਕਿ ਆਪਾਂ ਉਸ ਪ੍ਰਭੂ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਾਂ ਮਿਲਾਪ ਕਰ ਸਕੀਏ। ਉਸ ਪਰਮਾਤਮਾ ਨੂੰ ਆਪਾਂ ਮਿਲਣ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹਾਂ। ਮਾਲਕ ਸਾਨੂੰ, ਆਪਾਂ ਹਰ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਭਈ ਭਰਾ ਬਦ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਤੁਹਾਨੂੰ ਸਮਾਂ ਮਿਲਿਆ ਹੈ ਉਹ ਤੁਹਾਨੂੰ ਮਾਲਕ ਦੇ ਨਾਲ ਮਿਲਾਪ ਕਰਨ ਲਈ ਮਿਲਿਆ ਹੈ। ਜੇ ਤੁਸੀਂ ਉਸ ਮਾਲਕ ਨੂੰ ਮਿਲਾਪ ਨਹੀਂ ਕਰਦੇ ਤੇ ਤੁਸੀਂ ਆਪਣਾ ਜਨਮ ਜਿਹੜਾ ਹੈ ਵਿਅਰਥ ਗਵਾ ਕੇ ਚਲੇ ਜਾਂਦੇ ਹੋ। ਇਸ ਕਰਕੇ ਆਪਾਂ ਨੂੰ ਮਹਾਰਾਜ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਮਨੁੱਖਾ ਜੀਵਨ ਸਾਨੂੰ ਪ੍ਰਭੂ ਦੇ ਮਿਲਾਪ ਲਈ ਮਿਲਿਆ ਸੀ, ਜਿਹੜਾ ਅਸੀਂ ਧੰਦਿਆਂ ਦੇ ਵਿੱਚ ਪਰਿਵਰਤ ਕਰਕੇ ਇਸ ਨੂੰ ਆਪਾਂ ਗਵਾ ਲਿਆ। ਉਸ ਪ੍ਰਭੂ ਨਾਲ ਮਿਲਾਪ ਨਹੀਂ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਨਹੀਂ ਕੀਤਾ ਤੇ ਅਸੀਂ ਸਾਰਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਲਿਆ। ਇਹ ਸਾਡੀ ਜਿਹੜੀ ਰਹਿਣ ਹੈ, ਜ਼ਿੰਦਗੀ ਹੈ, ਇਹ ਸਾਡੀ ਸਾਰੀ ਦਿਨੋਂ ਦਿਨ ਘਟਦੀ ਜਾ ਰਹੀ ਹੈ। ਮਹਾਰਾਜ ਕਹਿੰਦੇ ਔਦ ਘਟੈ ਦਿਨ ਸੋ ਰਹਿ ਨਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਮੇਰਿਆ ਮਨਾ, ਗੁਰੂ ਨੂੰ ਮਿਲ ਕੇ ਉਹ ਕਾਜ ਸਵਾਰ ਲੈ ਜਿਸ ਕਾਜ ਵਾਸਤੇ ਤੂੰ ਇਸ ਸੰਸਾਰ ਦੇ ਵਿੱਚ ਆਇਆ ਸੀ। ਆਪਾਂ ਇਸ ਸੰਸਾਰ ਦੇ ਵਿੱਚ ਗੁਰਮੁਖੋ ਅਸੀਂ ਕੋਈ ਮਹਿਲ ਬਣਾਉਣ ਨਹੀਂ ਆਏ, ਅਸੀਂ ਕੋਈ ਕੋਠੀਆਂ ਕਾਰਾਂ ਜਾਇਦਾਦਾਂ ਬਣਾਉਣ ਨਹੀਂ ਆਏ। ਅਸੀਂ ਇਸ ਮਨ ਨੂੰ ਉਸ ਪ੍ਰਭੂ ਨਾਲ ਮਿਲਾਉਣ ਵਾਸਤੇ ਆਏ ਹਾਂ ਜਿਸ ਦੇ ਨਾਲੋਂ ਇਹ ਵਿਛੜਿਆ ਹੋਇਆ ਹੈ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਕਹਿੰਦੇ ਆ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਕਹਿਤ ਨਾਨਕ ਮਿਲਣ ਕੀ ਬਰੀਆ, ਅਬ ਸਿਮਰਤ ਕਾਇ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪਹਿਲਾਂ ਤੁਸੀਂ ਬੜੀਆਂ ਮਿੰਨਤਾਂ ਜੋਦੜੀਆਂ ਕਰਦੇ ਸੀ ਕਿ ਸਾਨੂੰ ਮਨੁੱਖਾ ਜਨਮ ਮਿਲੇ, ਅਸੀਂ ਮਨੁੱਖਾ ਜਨਮ ਦੇ ਵਿੱਚ ਰਹਿ ਕੇ ਉਸ ਪ੍ਰਭੂ ਨਾਲ ਮਿਲਾਪ ਕਰਾਂਗੇ। ਤੇ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਨੇ ਕਿ ਆਪਾਂ ਜਦੋਂ ਹੁਣ ਤੁਹਾਨੂੰ ਮਨੁੱਖਾ ਜਨਮ ਮਿਲ ਗਿਆ ਹੈ, ਹੁਣ ਤੁਸੀਂ ਸਿਮਰਨ ਨਹੀਂ ਕਰਦੇ, ਹੁਣ ਉਸ ਮਾਲਕ ਦੀ ਤੁਸੀਂ ਭਗਤੀ ਨਹੀਂ ਕਰਦੇ। ਕਿਉਂਕਿ ਸਾਨੂੰ ਇਸ ਸੰਸਾਰ ਦੇ ਵਿੱਚ ਆਉਂਦਿਆਂ ਹੀ ਉਸ ਮਾਲਕ ਦਾ ਜਿਹੜਾ ਹੈ, ਉਹ ਮਾਲਕ ਨੇ ਜੋ ਸਾਨੂੰ ਗਿਆਨ ਬਖਸ਼ਿਆ ਸੀ, ਉਹ ਆਪਾਂ ਇਸ ਸੰਸਾਰ ਦੇ ਵਿੱਚ ਆ ਕੇ ਭੁੱਲ ਚੁੱਕੇ ਹਾਂ। ਮਹਾਰਾਜ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਕਹਿੰਦੇ ਨੇ ਕਿ ਤਹੀਂ ਗੁਣੀ ਸੰਸਾਰ ਭਰਮ ਸੁਤਾ, ਸੁਤਿਆਂ ਰਹਿਣ ਬਿਹਾਨੀ। ਵੀ ਇਹ 3 ਗੁਣਾਂ ਦਾ ਸੰਸਾਰ ਹੈ, 3 ਗੁਣੀ ਸੰਸਾਰ ਦੇ ਵਿੱਚ ਅਸੀਂ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਗਏ ਹਾਂ, ਜਿਸ ਮਾਲਕ ਤੋਂ ਆਪਾਂ, ਜਿਸ ਮਾਲਕ ਨੂੰ ਮਿਲਣ ਵਾਸਤੇ ਆਏ ਸੀ। ਤੇ ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਉਸ ਮਾਲਕ ਨੂੰ ਮਿਲ ਨਹੀਂ ਸਕਦੇ, ਉਹਨਾਂ ਚਿਰ ਤੁਸੀਂ ਇਸ ਸੰਸਾਰ ਦੇ ਉੱਤੇ ਤੁਹਾਡਾ ਆਣਾ ਜਾਣਾ ਬਣਿਆ ਰਹੇਗਾ। ਤੇ ਆਪਾਂ ਨੇ ਇਹ ਜਿਹੜਾ ਜਨਮ ਲਿਆ ਹੈ ਗੁਰਮੁਖੋ, ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਡੇ ਤੇ ਮਿਹਰ ਕੀਤੀ ਹੈ, ਉਸਨੇ ਦਇਆ ਕੀਤੀ ਹੈ, ਤਾਂ ਕਰਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ।
ਜੇ ਆਪਾਂ ਇਸ ਮਨੁੱਖਾਂ ਜਨਮ ਦੇ ਵਿੱਚ ਰਹਿ ਕੇ ਵੀ ਉਸ ਮਾਲਕ ਦੇ ਨਾਲ ਮਿਲਾਪ ਨਹੀਂ ਕੀਤਾ ਤੇ ਫਿਰ ਮਹਾਰਾਜ ਸਾਡੇ ਤੇ ਮੋਹਰ ਲਾਉਂਦੇ ਨੇ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਿ ਮਹਾਰਾਜ ਕਹਿੰਦੇ ਦੇਖਣ ਨੂੰ ਮਨੁੱਖ ਲੱਗਦੇ ਨੇ, ਲੇਕਿਨ ਇਹਨਾਂ ਦੇ ਕੰਮ ਜਿਹੜੇ ਨੇ ਪਸ਼ੂਆਂ ਵਾਲੇ ਨੇ। ਕਿਉਂਕਿ ਗੁਰਮੁਖੋ ਸਾਡੇ ਕੰਮ ਜਿਹੜੇ ਆ ਪਸ਼ੂਆਂ ਵਾਲੇ ਹੋ ਗਏ, ਕਿਉਂਕਿ ਅਸੀਂ ਪਰਮਾਤਮਾ ਨੂੰ, ਉਸ ਮਾਲਕ ਨੂੰ ਯਾਦ ਨਹੀਂ ਕਰਦੇ ਜਿਹੜਾ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ। ਜਿਸ ਦਿਨ ਉਸਨੇ ਸਵਾਸਾਂ ਦੀ ਡੋਰੀ ਖਿੱਚ ਲਈ, ਫਿਰ ਆਪਾਂ ਦਾ ਜਿਹੜਾ ਮਨ ਹੈ ਉਹ ਜਾਗ ਜਾਏਗਾ ਗੁਰਮੁਖੋ। ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਮਨ ਸੁੱਤਾ ਹੋਇਆ, ਇਸ ਕਰਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਉਸ ਮਾਲਕ ਨੂੰ ਯਾਦ ਕਰਨ ਵਾਸਤੇ ਸਾਡੇ ਮਨ ਨੂੰ ਆਪਾਂ ਨੂੰ ਜਗਾਉਣਾ ਪਵੇਗਾ। ਜੇ ਅਸੀਂ ਆਪਣੇ ਮਨ ਨੂੰ ਜਗਾਉਂਦੇ ਨਹੀਂ ਤੇ ਗੁਰਮੁਖੋ ਫਿਰ ਅੰਤ ਸਮੇਂ ਮਹਾਰਾਜ ਕਹਿੰਦੇ ਨੇ ਕਿ ਤੁਹਾਡੇ ਮਨ ਨੂੰ ਜਮਦੂਤ ਆ ਕੇ ਜਗਾਉਣਗੇ। ਉਹ ਕਿਵੇਂ ਜਗਾਉਣਗੇ? ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਮ ਕਾ ਡੰਡ ਪਰਿਓ ਸਿਰ ਉੱਪਰ, ਤਬ ਸੋਬਤ ਤਹ ਜਾਗਿਓ। ਕਹਿੰਦਾ ਜਦੋਂ ਜਮਾਂ ਦਾ ਡੰਡ ਸਿਰ ਦੇ ਉੱਪਰ ਪਏਗਾ ਡੰਡਾ, ਫਿਰ ਮਹਾਰਾਜ ਕਹਿੰਦੇ ਕਿ ਤੁਸੀਂ, ਇਹ ਤੁਹਾਡਾ ਮਨ ਜਿਹੜਾ ਹੈ ਸੁੱਤਾ ਹੋਇਆ ਜਾਗ ਜਾਏਗਾ। ਤੇ ਗੁਰੂ ਪਿਆਰਿਓ, ਜਿਵੇਂ ਕੋਈ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੋਏ ਮਨੁੱਖ ਨੂੰ ਆਪਾਂ ਜਗਾ ਦਈਏ, ਉਹ ਉੱਠਦਿਆਂ ਸਾਰ ਇੱਕ ਗੱਲ ਕਹੇਗਾ ਵੀ ਕੀ ਹੋਇਆ। ਗੁਰਬਾਣੀ ਵਿੱਚ ਆਪਾਂ ਨੂੰ ਵੀ ਮਹਾਰਾਜ ਇਹ ਗੱਲ ਸਮਝਾਉਂਦੇ ਨੇ ਕਿ ਮਹਾਰਾਜ ਕਹਿੰਦੇ ਜਦੋਂ ਜਵਾਨ ਆ ਗਏ, ਮਨ ਦੇ ਸਿਰ ਦੇ ਵਿੱਚ ਡੰਡਾ ਮਾਰਿਆ, ਤੇ ਇਹ ਫਿਰ ਕੀ ਕਹਿੰਦਾ ਆ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਮ ਕਾ ਡੰਡ ਪਰਿਓ ਸਿਰ ਉੱਪਰ, ਤਬ ਸੋਬਤ ਤਹ ਜਾਗਿਓ। ਕਹਾਂ ਹੋਤ ਅਬ ਕੇ ਪਛਤਾਏ, ਛੂਟ ਸੁਨਾਹੇ ਨ ਪਾਕਿਓ। ਕਹਿੰਦੇ ਨੇ ਕਿ ਜਦੋਂ ਮਨ ਦੇ ਸਿਰ ਦੇ ਵਿੱਚ ਜਮਾਂ ਨੇ ਆ ਕੇ ਡੰਡਾ ਮਾਰ ਕੇ ਜਗਾਇਆ, ਤੇ ਮਨ ਕਹਿਣ ਲੱਗਾ ਕਿ ਮੈਂ ਕਿੱਥੇ ਹਾਂ, ਕਹਾਂ ਹੋਤ। ਇਹ ਮਹਾਰਾਜ ਕਹਿੰਦੇ ਨੇ ਕਿ ਜਦੋਂ ਇਹਨਾਂ ਜਮਾਂ ਨੇ ਆ ਕੇ ਮਨ ਨੂੰ ਜਗਾਇਆ, ਤੇ ਫਿਰ ਮਨ ਨੂੰ ਸਮਝ ਲੱਗੀ ਕਿ ਇਹ ਤੇ ਸਰੀਰ ਜਿਹੜਾ ਸਰੀਰ ਮੈਨੂੰ ਮਾਲਕ ਨੂੰ ਮਿਲਣ ਵਾਸਤੇ ਮਿਲਿਆ ਸੀ, ਉਸ ਦਾ ਸਮਾਂ ਖਤਮ ਹੋ ਗਿਆ ਹੈ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਦੇ ਵਿੱਚ ਰਹਿੰਦਿਆਂ ਹੀ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਮਰਨ ਤੋਂ ਬਾਅਦ ਆਪਾਂ ਮਿਲਾਪ ਨਹੀਂ ਕਰ ਸਕਦੇ। ਜਿੰਨਾ ਚਿਰ ਆਪਾਂ ਨੂੰ ਸਵਾਸਾਂ ਰੂਪੀ ਧਨ ਮਾਲਕ ਨੇ ਦਿੱਤਾ ਹੈ, ਉਹਨਾਂ ਚਿਰ ਹੀ ਅਸੀਂ ਸਵਾਸਾਂ ਦੇ ਧਨ ਨੂੰ ਖਤਮ ਹੋਣ ਤੋਂ ਪਹਿਲਾਂ ਅਸੀਂ ਉਸ ਮਾਲਕ ਦੇ ਨਾਲ ਮਿਲਾਪ ਕਰਨਾ ਸੀ, ਉਸ ਪ੍ਰਭੂ ਨਾਲ ਮਿਲਾਪ ਕਰਨਾ ਸੀ ਜਿਸ ਤੋਂ ਅਸੀਂ ਵਿਛੜ ਕੇ ਆਏ ਹਾਂ। ਜਿਸ ਦੇ ਨਾਲ ਆਪਾਂ ਵਿਛੜੇ ਹਾਂ, ਉਸ ਮਾਲਕ ਦੇ ਨਾਲ ਆਪਾਂ ਮਿਲਾਪ ਕਰਨਾ ਸੀ। ਆਪਾਂ ਨੇ ਮਿਲਾਪ ਨਹੀਂ ਕੀਤਾ, ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਲਿਆ। ਤੇ ਜਨਮ ਵਿਅਰਥ ਗਵਾਉਣ ਦਾ ਕਾਰਨ ਹੈ ਗੁਰਮੁਖੋ, ਸਾਨੂੰ ਅਗਲੀ ਜੂਨ ਫਿਰ ਮਿਲ ਜਾਏਗੀ। ਕਿਉਂਕਿ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਉਹਨਾਂ ਚਿਰ ਤੁਹਾਡਾ ਸੰਸਾਰ ਤੇ ਆਉਣ ਜਾਣ ਬਣਿਆ ਰਹੇਗਾ, ਜਿੰਨਾ ਚਿਰ ਤੁਸੀਂ ਪ੍ਰਭੂ ਮਿਲਾਪ ਨਹੀਂ ਕਰਦੇ, ਜਿੰਨਾ ਚਿਰ ਉਸ ਮਾਲਕ ਨੂੰ ਮਿਲਦੇ ਨਹੀਂ, ਉਹਨਾਂ ਚਿਰ ਤੁਸੀਂ ਇਸ ਸੰਸਾਰ ਦੇ ਉੱਪਰ ਬਾਰ-ਬਾਰ ਆਉਂਦੇ ਰਹੋਗੇ। ਤੇ ਜੇ ਆਪਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਮਾਲਕ ਨਾਲ ਮਿਲਾਪ ਕਰ ਲਿਆ, ਤੇ ਗੁਰੂ ਪਿਆਰਿਓ, ਅਸੀਂ ਇਸ ਸੰਸਾਰ ਦੇ ਵਿੱਚ ਜੰਮਣ ਮਰਨ ਦੇ ਚੱਕਰ ਤੋਂ ਬਚ ਜਾਵਾਂਗੇ। ਸਭ ਤੋਂ ਵੱਡਾ ਦੁੱਖ ਇਹੋ ਹੀ ਹੈ ਕਿ ਜਿਹੜਾ ਇਸ ਸੰਸਾਰ ਦੇ ਵਿੱਚ ਬਾਰ-ਬਾਰ ਜਨਮ ਲੈਣਾ ਤੇ ਬਾਰ-ਬਾਰ ਮਰਨਾ, ਸਭ ਤੋਂ ਵੱਡਾ ਦੁੱਖ ਇਹੋ ਗੁਰਬਾਣੀ ਮੰਨਦੀ ਹੈ। ਤੇ ਗੁਰਮੁਖ ਪਿਆਰਿਓ, ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਝੀ ਦੇਤੀ
ਕਿ ਤੁਸੀਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਇਸ ਸਰੀਰ ਰੂਪੀ ਸਵਾਸਾਂ ਦੀ ਜੋ ਤੁਹਾਨੂੰ ਧਨ ਮਿਲਿਆ ਹੈ, ਇਹਨੂੰ ਖਤਮ ਹੋਣ ਤੋਂ ਪਹਿਲਾਂ ਤੁਸੀਂ ਉਸ ਪ੍ਰਭੂ ਨਾਲ ਮਿਲਾਪ ਕਰਨਾ ਹੈ। ਜੇ ਤੁਸੀਂ ਉਸ ਪ੍ਰਭੂ ਨਾਲ ਮਿਲਾਪ ਕਰਦੇ ਹੋ ਤੇ ਇਸ ਸੰਸਾਰ ਦੇ ਵਿੱਚੋਂ ਤੁਸੀਂ ਜਿੱਤ ਕੇ ਜਾਓਗੇ। ਇਹ ਜ਼ਿੰਦਗੀ ਦੀ ਬਾਜੀ ਤੁਸੀਂ ਜਿੱਤ ਕੇ ਜਾਓਗੇ। ਤੇ ਗੁਰੂ ਪਿਆਰਿਓ, ਜੇ ਆਪਾਂ ਇਹ ਬਾਜੀ ਹਾਰ ਕੇ ਚਲਾ ਜਾਵਾਂਗੇ, ਆਪਾਂ ਨੂੰ ਬਾਰ-ਬਾਰ ਜਨਮ ਲੈਣਾ ਪਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮਾਲਕ ਨੂੰ ਮਿਲਣ ਵਾਸਤੇ ਉਸ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ, ਉਸ ਦੀ ਭਗਤੀ ਕਰਨੀ ਬਹੁਤ ਜ਼ਰੂਰੀ ਹੈ। ਸੋ ਸਾਰੇ ਜੀਵ ਭਗਤੀ ਕਰੋ ਔਰ ਉਸ ਮਾਲਕ ਦੀ ਆਰਾਧਨਾ ਕਰੋ। ਸੋ ਇੰਨੇ ਬਚਨ ਕਰਦੇ ਹੋਏ ਅੱਖਰ ਵਾਧਾ ਘਾਟਾ ਔਰ ਚੁੱਕ ਮਾਫ ਕਰਨੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।